ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਹਫਤਾਵਾਰੀ ਕਾਰਜਕ੍ਰਮ ਉੱਗੇ ਕਿਰਦਾਰ ਦੇ ਵਿੱਚ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮਿਸ ਜੈਸਮੀਨ ਸੰਧਾਵਾਲੀਆ ਦੇ ਨਾਲ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਇਨਵਾਈਟਿੰਗ ਮੀ ਓਵਰ ਜੀ। ਯੂ ਵੈਲਕਮ। ਤੁਹਾਨੂੰ ਮਿਸ ਜੈਸਮੀਨ ਸੰਧਾਵਾਲੀਆ ਦੇ ਬਾਰੇ ਮੈਂ ਕੁਝ ਦੱਸਾਂ। ਜੈਸਮੀਨ ਬਹੁਤ ਲੰਬੇ ਅਰਸੇ ਤੋਂ ਇੱਕ ਸੀਨੀਅਰ ਪੱਤਰਕਾਰ ਰਹੇ ਨੇ ਪੰਜਾਬ ਦੇ ਵਿੱਚ, ਔਰ ਇਹਨਾਂ ਨੇ ਦ ਟ੍ਰਿਬਿਊਨ, ਟਾਈਮਸ ਆਫ ਇੰਡੀਆ, ਇਸ ਤਰ੍ਹਾਂ ਦੇ ਬਹੁਤ ਮੋਹਤਬਰ ਅਖਬਾਰਾਂ ਦੇ ਨਾਲ ਕੰਮ ਕੀਤਾ ਹੈ। ਹੁਣ ਇਹ ਪੰਜਾਬ ਦੇ ਵਿੱਚ ਬੀਜੇਪੀ ਦੇ ਜਨਰਲ ਸਕੱਤਰ ਨੇ, ਅਤੇ ਉਹਦੇ ਨਾਲ ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਇਹ ਇੱਕ ਫਾਰਮਰ ਵੀ ਨੇ। ਸੋ ਪੰਜਾਬ ਦੇ ਨਾਲ ਇਹਨਾਂ ਦੀਆਂ ਜੜ੍ਹਾਂ ਬਹੁਤ ਤਰੀਕੇ ਦੇ ਨਾਲ ਜੁੜੀਆਂ ਹੋਈਆਂ ਨੇ। ਜੈਸਮੀਨ, ਮੈਂ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੂੰਗੀ, ਕਿਉਂਕਿ ਤੁਸੀਂ ਸਿਆਸਤ ਵਿੱਚ ਹੋ, ਕਿ ਸਿਆਸਤ ਵਿੱਚ ਹਿੰਦੁਸਤਾਨੀ ਔਰਤਾਂ ਦੀ ਗਿਣਤੀ ਇੰਨੀ ਘੱਟ ਕਿਉਂ ਹੈ, ਜਦ ਕਿ ਜਿਹੜੇ ਸਾਡੇ ਤੋਂ ਛੋਟੇ ਮੁਲਕ ਨੇ ਸਾਊਥ ਏਸ਼ੀਆ ਦੇ ਵਿੱਚ, ਸਾਡੇ ਆਸ-ਪਾਸ ਦੇ ਗੁਆਂਢੀ ਮੁਲਕ ਨੇ, ਚਾਹੇ ਉਹ ਬੰਗਲਾਦੇਸ਼ ਹੈ ਜਾਂ ਉਹ ਸ੍ਰੀਲੰਕਾ ਹੈ ਜਾਂ ਇੱਥੇ ਤੱਕ ਕਿ ਪਾਕਿਸਤਾਨ ਵੀ, ਉੱਥੇ ਔਰਤਾਂ ਦੀ ਗਿਣਤੀ ਸਿਆਸਤ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਪ੍ਰਤੀਸ਼ਤ ਹੈ। ਦੇਖੋ ਰਣਜੀਤ ਜੀ, ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ 51% ਹਿੱਸਾ ਆਬਾਦੀ ਦਾ ਹੁਣ ਔਰਤਾਂ ਹਿੰਦੁਸਤਾਨ ਦੇ ਵਿੱਚ ਹੈਗੀਆਂ ਨੇ, ਔਰ ਅਸੀਂ ਸੈਕੰਡ ਲਾਰਜੈਸਟ ਮੁਲਕਾਂ ਦੁਨੀਆ ਦੇ ਉੱਤੇ। ਸੋ ਆਬਾਦੀ ਔਰਤਾਂ ਦੀ ਇੰਨੀ ਵੱਡੀ ਹੈ, ਔਰ ਬੜੀਆਂ ਰਿਸਪੌਂਸਿਬਲ ਕਿਸਮ ਦੀਆਂ ਔਰਤਾਂ ਨੇ, ਔਰ ਬਹੁਤ ਵੱਡਾ ਅਹਿਮ ਰੋਲ ਹਿੰਦੁਸਤਾਨ ਦੀ ਔਰਤ ਨੇ ਹਰ ਖੱਤੇ ਦੇ ਵਿੱਚ ਪਾਇਆ ਹੈ। ਪਰ ਸਮਹਾਓ ਪੋਲੀਟਿਕਸ ਦੇ ਵਿੱਚ ਉਹ ਹਮੇਸ਼ਾ ਪਿੱਛੇ ਰਹਿ ਗਈ ਹੈ, ਜਿੱਥੇ ਉਹਨੇ ਖੁਦ ਆਪਣੇ ਲਈ ਖੁਦ ਮੁਖਤਿਆਰੀ ਉਹਨੂੰ ਕਦੀ ਵੀ ਨਹੀਂ ਦਿੱਤੀ ਗਈ। ਖੁਦ ਮੁਖਤਿਆਰੀ ਤਾਂ ਛੱਡੋ, ਉਹਨੂੰ ਪਾਰਟਿਸਿਪੇਸ਼ਨ ਹੀ ਨਹੀਂ ਦਿੱਤੀ। ਉਹਦਾ ਇੱਕ ਰੀਜ਼ਨ ਹੈ ਕਿ ਅਸੀਂ ਇੱਕ ਬੜਾ ਟ੍ਰੈਡੀਸ਼ਨਲ ਮੁਲਕ ਹਾਂ, ਔਰ ਔਰਤਾਂ ਨੂੰ ਖਾਸ ਕਰ ਜਦੋਂ ਮੁਗਲ ਪੀਰੀਅਡ ਆਇਆ, ਉਦੋਂ ਔਰਤਾਂ ਨੂੰ ਅਸੀਂ ਕੁਛ ਜਿਵੇਂ ਲੁਕਾ ਕੇ ਜਿਹਾ ਰੱਖਿਆ, ਔਰ ਉਹਨਾਂ ਨੂੰ ਘਰ ਦੇ ਦਾਇਰੇ ਤੱਕ ਸੀਮਤ ਕਰਕੇ ਰੱਖ ਦਿੱਤਾ। ਪਰ ਪਿਛਲੇ 75 ਸਾਲ ਤੋਂ ਵੀ ਜੇ ਵੇਖਿਆ ਜਾਏ, ਜਦੋਂ ਕਿ ਔਰਤ ਨੂੰ ਹੱਕ ਹੈ ਆਪਣੀ ਵੋਟ ਪਾਉਣ ਦਾ, ਔਰ ਇਕੁਅਲ ਰਾਈਟਸ ਕਨਸਟੀਟਿਊਸ਼ਨ ਉਹਨੂੰ ਦਿੰਦਾ ਹੈ, ਫਿਰ ਵੀ ਅਫਸੋਸਨਾਕ ਗੱਲ ਇਹ ਹੈ ਕਿ ਸਿਰਫ 10% ਔਰਤਾਂ ਪਾਰਲੀਮੈਂਟ ਤੱਕ ਪਹੁੰਚਦੀਆਂ ਨੇ, ਔਰ ਅਸੈਂਬਲੀਜ਼ ਦੇ ਵਿੱਚ ਤੇ ਇਸ ਤੋਂ ਵੀ ਜ਼ਿਆਦਾ ਡਿੱਗ ਜਾਂਦਾ ਹੈ ਨੰਬਰ। ਅਸੀਂ ਸ਼ਾਇਦ 8 ਜਾਂ 9% ਔਰਤਾਂ ਨੂੰ MLAs ਚੁਣ ਕੇ ਭੇਜਦੇ ਹਾਂ। ਉਹਦਾ ਰੀਜ਼ਨ ਇਹ ਹੈ ਕਿ ਸਾਡੀ ਇੱਕ ਬੜੀ ਪੈਟਰੀਆਰਕਲ ਸੁਸਾਇਟੀ ਹੈ, ਔਰ ਮਰਦ ਡੋਮੀਨੇਟਡ ਸੁਸਾਇਟੀ ਹੈ, ਔਰ ਉਹ ਮਰਦ ਇਜਾਜ਼ਤ ਨਹੀਂ ਦਿੰਦਾ ਕਿ ਉਹ ਆਪਣੀ ਥਾਂ ਛੱਡੇ, ਔਰ ਇੱਕ ਔਰਤ ਜਿਹੜੀ ਹੈ ਉਹ MP ਜਾਂ MLA ਜਾਂ ਸਰਪੰਚ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕੋਈ ਵੀ ਡਿਸੀਜਨ ਫਾਰਮਿੰਗ ਕਮੇਟੀ ਦੇ ਵਿੱਚ ਉਹ ਆਏ। ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਹਿੰਦੁਸਤਾਨੀ ਮਰਦ ਉਹਨੂੰ ਜਗ੍ਹਾ ਨਹੀਂ ਦਿੰਦਾ। ਸੋ ਇਹ ਤੁਸੀਂ ਮੇਰਾ ਖਿਆਲ ਬਹੁਤ ਸਹੀ ਕਿਹਾ ਹੈ ਕਿ ਜੈਂਡਰ ਡਿਸਪੈਰਿਟੀ ਦੇ ਨਾਲ ਇਸ ਦਾ ਬਹੁਤ ਵੱਡਾ ਤਾਲੁਕ ਹੈ। ਸੋ ਜਦ ਤੱਕ ਅਸੀਂ ਗ੍ਰਾਸ ਰੂਟ ਲੈਵਲ 'ਤੇ ਆਪਣੇ ਸਮਾਜ ਦੇ ਵਿੱਚ ਜੈਂਡਰ ਡਿਸਪੈਰਿਟੀ ਨੂੰ ਘੱਟ ਨਹੀਂ ਕਰਦੇ, ਖਤਮ ਨਹੀਂ ਕਰਦੇ, ਤਾਂ ਜਿਹੜੀਆਂ ਬਹੁਤ ਕਾਬਲ ਔਰਤਾਂ ਵੀ ਨੇ, ਅਸੀਂ ਉਹਨਾਂ ਦੀਆਂ ਸੇਵਾਵਾਂ ਤੋਂ ਵੱਖ-ਵੱਖ ਖੇਤਰਾਂ ਦੇ ਵਿੱਚ ਵਾਂਝੇ ਰਹਿ ਜਾਵਾਂਗੇ, ਅਤੇ ਜਿਹੜੇ ਅੱਗੇ ਵਧੇ ਹੋਏ ਮੁਲਕ ਨੇ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਬਿਲਕੁਲ ਸਹੀ, ਬਿਲਕੁਲ ਸਹੀ। ਅਤੇ ਫਿਰ ਕੀ ਤੁਸੀਂ ਸੋਚਦੇ ਹੋ ਕਿ ਰਾਖਵਾਂਪਣ ਹੋਣਾ ਚਾਹੀਦਾ ਹੈ ਔਰਤਾਂ ਦੇ ਲਈ ਪੋਲੀਟਿਕਸ ਦੇ ਵਿੱਚ? ਦੇਖੋ ਜੀ, ਰਾਜੀਵ ਗਾਂਧੀ ਇੱਕ ਬਿੱਲ ਲੈ ਕੇ ਆਏ ਸਨ ਕਿ 33% ਰਿਜ਼ਰਵੇਸ਼ਨ ਔਰਤਾਂ ਲਈ ਕਰ ਦਿੱਤੀ ਜਾਏ। ਬਹੁਤ ਪੋਲੀਟੀਕਲ ਪਾਰਟੀਜ਼ ਉਹਦੇ 'ਤੇ ਸਹਿਮਤ ਨਹੀਂ ਹੋਈਆਂ, ਖਾਸ ਕਰ ਲਾਲੂ ਪ੍ਰਸਾਦ ਯਾਦਵ ਬਿਲਕੁਲ ਵੀ ਇਸ ਗੱਲ 'ਤੇ ਸਹਿਮਤ ਨਹੀਂ ਹੋਏ, ਔਰ ਉਸ ਤੋਂ ਬਾਅਦ ਉਹਨਾਂ ਦੀ ਬੀਵੀ ਚੀਫ ਮਿਨਿਸਟਰ ਸੀ ਬਿਹਾਰ ਦੀ, ਉਹਨਾਂ ਲਈ ਇੱਕ ਪ੍ਰੋਕਸੀ ਚੀਫ ਮਿਨਿਸਟਰ ਬਣ ਕੇ ਰਹੀ। ਪਰ ਅਨਫੋਰਚੁਨੇਟਲੀ ਜਿਹੜੀ ਮੇਲ ਸਾਈਕੀ ਹੈ
ਉਹਨੇ ਇਹ ਬਰਦਾਸ਼ਤ ਨਹੀਂ ਕੀਤਾ ਕਿ 33% ਔਰਤਾਂ ਜਿਹੜੀਆਂ ਨੇ ਉਹ ਰਿਜ਼ਰਵੇਸ਼ਨ ਹੋਵੇ। ਮੈਂ ਸਮਝਦੀ ਹਾਂ ਕਿ ਜਦੋਂ ਇੱਕ ਪਲੇਇੰਗ ਫੀਲਡ ਹੁੰਦਾ ਹੈ ਤੇ ਜੇ ਉਹ ਈਵਨ ਨਹੀਂ ਹੈਗਾ ਤੇ ਫਿਰ ਤੁਸੀਂ ਇੱਕ ਕਮਜ਼ੋਰ ਪਲੇਅਰ ਨੂੰ ਜ਼ਰੂਰ ਇੱਕ ਐਡਵਾਂਟੇਜ ਦਿੰਦੇ ਹੋ ਪਹਿਲਾਂ ਆਉਣ ਲਈ 10 ਵਰਿਆਂ ਲਈ ਜਾਂ 5 ਵਰਿਆਂ ਲਈ, ਉਸ ਤੋਂ ਬਾਅਦ ਫਿਰ ਉਹਨੂੰ ਤੁਸੀਂ ਕਿਹਾ ਜਾ ਸਕਦਾ ਹੈ ਕਿ ਜੀ ਇਟਸ ਐਨ ਓਪਨ ਫੀਲਡ ਫॉर ਆਲ ਆਫ ਯੂ। ਪਰ ਮੈਂ ਬਹੁਤ ਰੈਡੀਕਲ ਕਿਸਮ ਦੀ ਹਾਂ, ਮੈਂ ਸਮਝਦੀ ਹਾਂ ਕਿ 33% ਕਿਉਂ, ਸਾਨੂੰ 50% ਚਾਹੀਦੀਆਂ ਨੇ ਸੀਟਾਂ। ਔਰ ਕੋਈ ਸਿਸਟਮ ਐਸਾ ਹੋਣਾ ਚਾਹੀਦਾ ਕਿ ਪਾਰਲੀਮੈਂਟ 'ਚ ਰਿਜ਼ਰਵੇਸ਼ਨ ਨਾ ਕਰੋ, ਤੁਸੀਂ ਪੋਲੀਟੀਕਲ ਪਾਰਟੀਜ਼ ਨੂੰ ਕਹੋ ਕਿ ਬਈ ਤੁਸੀਂ ਮੈਕਸਿਮਮ 50% ਜਾਂ 40% ਕਿਤੋਂ ਤਾਂ ਸ਼ੁਰੂ ਕਰੋ ਨਾ ਜੀ, ਕਿ ਤੁਸੀਂ ਇੰਨੇ % ਟਿਕਟਾਂ ਜਿਹੜੀਆਂ ਨੇ ਔਰਤਾਂ ਨੂੰ ਜ਼ਰੂਰ ਦੇਣੀਆਂ ਨੇ, ਅਦਰਵਾਈਜ਼ ਯੂ ਵਿਲ ਬੀ ਡਿਸਕੁਆਲੀਫਾਈਡ। ਕੋਈ ਜ਼ਰੂਰੀ ਨਹੀਂ ਹੈ ਕਿ ਪਾਰਲੀਮੈਂਟ ਹੀ ਇਹ ਕਾਨੂੰਨ ਪਾਸ ਕਰੇ, ਕੋਈ ਐਸਾ ਸਿਸਟਮ ਕ੍ਰੀਏਟ ਕਰਨਾ ਚਾਹੀਦਾ ਹੈ। ਤੁਹਾਡੀ ਗੱਲ ਤਾਂ ਬਿਲਕੁਲ ਸਹੀ ਲੱਗਦੀ ਹੈ ਜੈਸਮੀਨ, ਪਰ ਇੱਕ ਬੜਾ ਅਮਿਊਜ਼ਿੰਗ ਜਿਹਾ ਸਫ਼ਰ ਰਿਹਾ ਔਰਤਾਂ ਦਾ ਜਿਹੜੀਆਂ ਪੋਲੀਟਿਕਸ 'ਚ ਆਈਆਂ ਨੇ ਹੁਣ ਤੱਕ। ਇੱਕ ਤਾਂ ਤੁਸੀਂ ਆਪ ਹੀ ਦੱਸਤਾ ਰਾਬੜੀ ਦੇਵੀ ਜੀ, ਬਈ ਉਹ ਉਸ ਤਰ੍ਹਾਂ ਦੀ ਔਰਤ ਜਿਹਨੇ ਕਦੇ ਚੁੱਲ੍ਹੇ ਚੌਂਕੇ ਤੋਂ ਬਾਹਰ ਨਿਕਲ ਕੇ ਨਹੀਂ ਸੀ ਦੇਖਿਆ ਜੀ, ਉਹਨੂੰ ਇੱਕ ਸਟੇਟ ਦਾ ਚੀਫ ਮਿਨਿਸਟਰ ਬਣਾ ਕੇ, ਬੜੀ ਵੱਡੀ ਸਟੇਟ ਦਾ, ਬੜੀ ਵੱਡੀ ਸਟੇਟ ਦਾ ਇੱਕ ਕਠਪੁਤਲੀ ਵਾਂਗੂ ਵਰਤਿਆ ਗਿਆ। ਔਰ ਕੱਲੀ ਉਹੀ ਕਿਉਂ, ਆਪਾਂ ਜੇ ਹੋਰ ਦੇਖੀਏ ਹਰਸਿਮਰਨ ਬਾਦਲ ਕਿਵੇਂ ਆਈ, ਆਪਣੀ ਫੈਮਿਲੀ ਕਰਕੇ ਆਈ। ਜਿਹੜੀ ਸੋਨੀਆ ਗਾਂਧੀ ਹੈ, ਕਦੇ ਵੀ ਕੋਈ ਐਸਾ ਸਬਬ ਬਣ ਸਕਦਾ ਸੀ ਕਿ ਉਹ ਆ ਕੇ ਹਿੰਦੁਸਤਾਨ ਦੇ ਇੱਕ ਇੰਨੀ ਵੱਡੀ ਪਾਰਟੀ ਦੀ ਪ੍ਰਧਾਨ ਬਣੇ? ਉਹ ਵੀ ਕਿਉਂ ਆਈ? ਆਪਣੀ ਫੈਮਿਲੀ ਕਰਕੇ ਆਈ। ਬਿਲਕੁਲ ਬਿਲਕੁਲ। ਇਹ ਇੱਕ ਬੜੇ ਅਫਸੋਸ ਦੀ ਗੱਲ ਹੈ ਕਿ ਆਮ ਤੌਰ ਤੇ ਜ਼ਿਆਦਾ ਮੈਜੋਰਿਟੀ ਔਰਤਾਂ ਦੀ ਜਿਹੜੀ ਆ ਰਹੀ ਹੈ, ਉਹ ਆਪਣੇ ਫਾਦਰਸ ਦੀ ਜਾਂ ਆਪਣੇ ਘਰ ਵਾਲਿਆਂ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰ ਰਹੀਆਂ ਨੇ, ਚਾਹੇ ਉਹ ਸਰਪੰਚ ਦੇ ਪੱਧਰ ਤੇ ਹੈ ਤੇ ਚਾਹੇ ਉਹ ਕਿਸੇ ਵੱਡੇ ਪੱਧਰ ਤੇ ਹੈ। ਰਣਜੀਤ ਜੀ, ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਤੇ ਸਹਿਮਤ ਹਾਂ। ਪਿਛਲੇ 30 ਵਰਿਆਂ ਤੋਂ ਜਿਹੜਾ ਮੈਂ ਅਖਬਾਰਾਂ 'ਚ ਕੰਮ ਕੀਤਾ ਹੈ, ਟ੍ਰਿਬਿਊਨ 'ਚ ਕੀਤਾ ਹੈ, ਟਾਈਮਜ਼ ਆਫ ਇੰਡੀਆ 'ਚ ਕੀਤਾ ਹੈ, ਮੈਂ ਕੰਸਲਟੈਂਸੀ ਵਰਕ ਕਾਂਗਰਸ ਲਈ ਵੀ ਕੀਤਾ ਹੈ, ਮੈਂ ਅਕਾਲੀ ਦਲ ਲਈ ਵੀ ਕੀਤਾ ਹੈ, ਹੁਣ ਮੈਂ ਪੌਣੇ 3 ਸਾਲ ਤੋਂ ਬੀਜੇਪੀ ਲਈ ਕੰਮ ਕਰ ਰਹੀ ਹਾਂ। ਤੇ ਮਾਈਂਡ ਸੈਟ ਇੱਕੋ ਜਿਹਾ ਹੈ ਮੇਲ ਦਾ, ਪੰਜਾਬੀ ਮਰਦ ਦਾ ਜਿਹੜਾ ਮਾਈਂਡ ਸੈਟ ਹੈ ਉਹ ਕਰੀਬਨ ਇੱਕੋ ਜਿਹਾ ਹੈ, ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਔਰ ਔਰਤਾਂ ਨੂੰ ਜਗ੍ਹਾ ਮਿਲਣੀ ਬੜੀ ਹੀ ਮੁਸ਼ਕਿਲ ਹੁੰਦੀ ਹੈ ਪੋਲੀਟੀਕਲ ਪਾਰਟੀਜ਼ ਦੇ ਵਿੱਚ। ਉਹ ਔਰਤਾਂ ਨੂੰ ਇਨਕਰੇਜਮੈਂਟ ਮਿਲਦੀ ਹੈ ਜਿਨ੍ਹਾਂ ਦੇ ਕੋਈ ਗੋਡਫਾਦਰ ਹੁੰਦੇ ਨੇ, ਜਾਂ ਜਿਨ੍ਹਾਂ ਦੇ ਕੋਈ, ਜਿਵੇਂ ਤੁਸੀਂ ਕਿਹਾ ਕਿ ਹਰਸਿਮਰਤ ਕੌਰ ਦੀ ਮੈਂ ਇੱਜ਼ਤ ਕਰਦੀ ਹਾਂ ਜੀ, ਬੜੇ ਅੱਛੇ ਪਾਰਲੀਮੈਂਟੇਰੀਅਨ ਰਹੇ ਨੇ, ਪਾਰਲੀਮੈਂਟ 'ਚ ਬੜਾ ਬੋਲਦੇ ਨੇ, ਪਰ ਸ਼ੀ ਹੈਜ਼ ਗੋਟ ਐਨ ਐਡਵਾਂਟੇਜ। ਉਹ ਉਹਨਾਂ ਨੂੰ ਟਿਕਟ ਇਸ ਕਰਕੇ ਮਿਲੀ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਾਈਫ ਨੇ। ਉਸ ਪਾਸੇ ਪ੍ਰਨੀਤ ਕੌਰ ਜਿਹੜੇ ਨੇ, ਆਈ ਐਮ ਸ਼ੋਰ ਦੇਰ ਆਰ ਅਦਰ ਕੰਪੀਟੈਂਟ ਵੂਮਨ ਆਲਸੋ ਹੂ ਕੁਡ ਹੈਵ ਰਿਪਰੈਜ਼ੈਂਟਡ ਪਟਿਆਲਾ। ਪਰ ਐਡਵਾਂਟੇਜ ਮਿਲਦਾ ਹੈ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਹਸਬੈਂਡਸ ਜਾਂ ਜਿਨ੍ਹਾਂ ਦੇ ਫਾਦਰਸ ਪੋਲੀਟੀਕਲ ਪਾਰਟੀਜ਼ ਦੇ ਵਿੱਚ ਹੁੰਦੇ ਨੇ। ਪਰ ਪਿਛਲੇ 5-10 ਸਾਲ ਤੋਂ ਇੱਕ ਨਵਾਂ ਚੇਂਜ ਜ਼ਰੂਰ ਮੈਨੂੰ ਦਿਖ ਰਿਹਾ ਹੈ, ਔਰ ਉਹ ਚੇਂਜ ਅਗਲੇ 10 ਸਾਲਾਂ ਦੇ ਵਿੱਚ ਜ਼ਰੂਰ ਵਧੇਗਾ। ਔਰ ਗ੍ਰਾਸ ਰੂਟ ਤੋਂ ਲੜਕੀਆਂ ਉੱਠ ਕੇ, ਔਰਤਾਂ ਉੱਠ ਕੇ ਜ਼ਰੂਰ ਅੱਗੇ ਇਮਰਜ ਕਰਨਗੀਆਂ। ਥੋੜ੍ਹਾ ਜਿਹਾ ਟ੍ਰੈਂਡ ਤੇ ਜ਼ਰੂਰ ਮੈਂ ਵੇਖ ਰਹੀ ਹਾਂ ਕਿ ਬਿਹਤਰੀ ਵੱਲ ਜਾ ਰਿਹਾ ਹੈ, ਜਿਹੜਾ ਕਿ ਬੜੀ ਅੱਛੀ ਗੱਲ ਹੈ, ਔਰ ਸਾਨੂੰ ਸਭ ਨੂੰ ਇਨਕਰੇਜ ਕਰਨਾ ਚਾਹੀਦਾ ਹੈ। ਜੀ ਜੀ ਬਿਲਕੁਲ। ਅੱਛਾ, ਦੂਸਰਾ ਇਹ ਕਿ ਪੰਜਾਬ ਜਿਹੜਾ ਵੈਸੇ ਤੇ ਬੜਾ ਅਗਾਂਹਵਧੂ ਸਾਡੀ ਸਟੇਟ ਮੰਨੀ ਜਾਂਦੀ ਹੈ ਜੀ, ਪਰ ਇੱਥੇ ਜਿਵੇਂ ਪੈਟਰੀਆਰਕੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹ ਪੁਰਸ਼ ਪ੍ਰਧਾਨ ਜੀ ਸਟੇਟ ਹੈ, ਬਾਕੀ ਵੀ ਹੈਗੇ, ਹਰਿਆਣਾ ਵੀ ਹੈ, ਹੋਰ ਵੀ ਕਾਫੀ ਪੁਰਸ਼ ਪ੍ਰਧਾਨ ਹੀ ਨੇ। ਪਰ ਸਾਡੀ ਹਿਸਟਰੀ ਦੇ ਵਿੱਚ, ਔਰ ਖਾਸ ਤੌਰ ਤੇ ਸਿੱਖ ਹਿਸਟਰੀ ਦੇ ਵਿੱਚ, ਔਰਤਾਂ ਬਹੁਤ ਅੱਛਾ ਤੇ ਸਸ਼ਕਤ ਰੋਲ ਨਿਭਾ ਚੁੱਕੀਆਂ ਨੇ। ਬਿਲਕੁਲ ਬਿਲਕੁਲ। ਇਹ ਜੇ ਸੂਬੇ ਦੇ ਵਿੱਚ ਡਾਊਰੀ ਲਈ, ਦਾਜ ਲਈ ਔਰਤਾਂ ਨੂੰ ਤੰਗ ਕਰਨਾ, ਉਹਨਾਂ ਤੇ ਜ਼ੁਲਮ ਕਰਨਾ, ਤੇ ਇੱਥੇ ਤੱਕ ਕਿ ਉਹਨਾਂ ਦੀ ਜਾਨ ਵੀ ਲੈ ਲੈਣਾ, ਇਹ ਕੁਝ ਹੋ ਰਿਹਾ ਹੈ ਤੇ ਹੁੰਦਾ ਰਿਹਾ ਹੈ। ਇਹਦੇ ਵਿੱਚ ਕਿਹਦੀ ਫੇਲਿਅਰ ਅਸੀਂ ਮੰਨਾਂਗੇ, ਔਰ ਇਹਦੇ ਲਈ ਇੱਕ ਪੋਲੀਟੀਸ਼ੀਅਨ ਔਰਤ ਕੀ ਕਰ ਸਕਦੀ ਹੈ? ਮੈਂ ਸਮਝਦੀ ਹਾਂ ਜੀ ਕਿ ਪੰਜਾਬ ਜਿਹੜਾ ਹੈ, ਅਸੀਂ ਇੱਕ ਬੜੇ ਖੁੱਲ੍ਹੇ ਦਿਲ ਵਾਲੇ ਲੋਕ ਹਾਂ, ਬੜੇ ਹੌਸਪਿਟੇਬਲ ਲੋਕ ਹਾਂ,
ਪਰ ਅਸੀਂ ਕਿਤੇ ਥੋੜਾ ਜਿਹਾ ਗਵਾਚ ਵੀ ਗਏ ਆ ਕਿ ਸੁਸਾਇਟੀ ਨੇ ਇੱਕ ਟ੍ਰੈਂਡ ਜਿਹਾ ਸ਼ੁਰੂ ਕਰ ਦਿੱਤਾ ਹੈ ਕਿ ਬੱਚੀਆਂ ਦੇ ਵਿਆਹਾਂ ਉੱਤੇ ਪਿਛਲੇ ਤੁਸੀਂ 30-40 ਸਾਲਾਂ ਤੋਂ ਇਹ ਵੇਖਿਆ ਹੋਏਗਾ ਕਿ ਕਾਰ ਵੀ ਦੇਣੀ ਹੈ ਫਲਾਣ, ਆਪਣੀ ਤਫੀਕ ਤੋਂ ਵੱਧ ਹੋ ਕੇ ਖਰਚ ਜਿਹੜਾ ਹੈ ਮਾਂ-ਬਾਪ ਕਰਦੇ ਨੇ, ਔਰ ਇਹ ਬੜਾ ਇੱਕ ਸਪਾਇਰਲ ਕਿਸਮ ਦਾ ਫੇਰ ਸਾਰਾ ਸੁਸਾਇਟੀ ਨੂੰ ਅਫੈਕਟ ਕਰਦਾ ਹੈ, ਕਿਉਂਕਿ ਅਸੀਂ ਇੱਕ ਐਗਰੀਕਲਚਰਲ ਸਟੇਟ ਹਾਂ, ਵਾਈ ਕਰਨ ਵਾਲੇ ਲੋਕ ਹਾਂ, ਔਰ ਵਾਈ ਕਰਨ ਵਾਲੇ ਲੋਕਾਂ ਕੋਲ ਇੰਨੇ ਖਾਸ ਪੈਸੇ ਨਹੀਂ ਹੁੰਦੇ। ਅਸੀਂ ਪਹਿਲਾਂ ਆਪਣੀਆਂ ਬੱਚੀਆਂ ਨੂੰ ਪੜ੍ਹਾਉਂਦੇ ਵੀ ਹਾਂ, ਫਿਰ ਜੇ ਅਸੀਂ ਲੱਖਾਂ ਰੁਪਈਆ ਦੇ ਕੇ ਉਹਨਾਂ ਦੇ ਵਿਆਹਾਂ ਦੇ ਉੱਤੇ ਖਰਚ ਕਰਨਾ, ਦੈਟ ਲੀਡਸ ਟੂ ਡੈਟ ਟ੍ਰੈਪ। ਇਹ ਸਾਰਾ ਪੰਜਾਬ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖਿਆ ਜਾਏ ਤੇ ਬਹੁਤ ਇਹ ਡਾਊਰੀ ਜਿਹੜੀ ਡਿਮਾਂਡ ਆਫ ਡਾਊਰੀ ਬਹੁਤ ਵੱਧ ਗਈ ਹੈ, ਔਰ ਇੱਕ ਅਸੈਪਟੇਬਿਲਿਟੀ ਹੋ ਗਈ ਹੈ ਕਿ ਜੀ ਇੰਨੇ ਕੁ ਸਟੇਟਸ ਵਾਲੇ ਲੋਕ ਤਾਂ ਕਾਰ ਵੀ ਦੇਣਗੇ, ਵਾਸ਼ਿੰਗ ਮਸ਼ੀਨ ਵੀ ਦੇਣਗੇ, ਟੀਵੀ ਵੀ ਦੇਣਗੇ, ਗਹਿਣੇ ਵੀ ਪਾਣਗੇ, ਔਰ ਬਹੁਤ ਨਜਾਇਜ਼ ਖਰਚਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ, ਔਰ ਬਹੁਤ ਮਾਂ-ਬਾਪ ਇਹ ਖਰਚਾ ਨਹੀਂ ਕਰ ਸਕਦੇ। ਕਈ ਲੋਕ ਲੋਨ ਲੈ ਕੇ ਵਿਆਹ ਕਰਦੇ ਨੇ, ਕਈ ਜ਼ਮੀਨ ਵੇਚ ਕੇ ਜੱਟ ਆਪਣੀਆਂ ਬੱਚੀਆਂ ਦਾ ਵਿਆਹ ਕਰਦੇ ਨੇ, ਔਰ ਸੁਸਾਇਟੀ ਐਜ਼ ਸੱਚ ਕੱਲਾ ਪੋਲੀਟੀਸ਼ੀਅਨ ਨਹੀਂ, ਸਾਨੂੰ ਸਾਰੇ ਪੰਜਾਬ ਨੂੰ, ਸਭ ਪੰਜਾਬੀਆਂ ਦੀ ਇੱਕ ਡਿਊਟੀ ਹੈ ਕਿ ਅਸੀਂ ਇੱਕ ਪ੍ਰਚਾਰ ਕਰੀਏ ਕਿ ਨਹੀਂ, ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਦਾਜ ਦਈਏ, ਔਰ ਖਾਸ ਕਰ ਮੈਂ ਤਾਂ ਸਮਝਦੀ ਹਾਂ ਕਿ ਲੜਕੀਆਂ 'ਚ ਬਹੁਤ ਵੱਡੀ ਅਵੇਅਰਨੈਸ ਕ੍ਰੀਏਟ, ਪੰਜਾਬੀ ਮੁੰਡਿਆਂ 'ਚ ਬੜੀ ਅਵੇਅਰਨੈਸ ਕਰਨੀ ਚਾਹੀਦੀ ਹੈ ਕਿ ਤੁਸੀਂ ਇੱਕ ਬੱਚੀ ਨੂੰ ਵਿਆਹ ਕੇ ਲੈ ਕੇ ਆ ਰਹੇ ਹੋ ਜਿਹੜਾ ਤੁਹਾਡਾ ਜੀਵਨ ਸਾਥੀ ਬਣਨਾ ਹੈ, ਤੁਹਾਨੂੰ ਫ੍ਰਿਜ ਦੀ ਲੋੜ ਨਹੀਂ ਹੈ, ਤੁਸੀਂ ਫ੍ਰਿਜ ਨਾਲ ਵਿਆਹ ਨਹੀਂ ਕਰਾ ਰਹੇ, ਤੁਸੀਂ ਸਕੂਟਰ ਨਾਲ ਵਿਆਹ ਨਹੀਂ ਕਰ ਰਹੇ। ਤੇ ਕਈ ਵਾਰੀ ਸ਼ਾਇਦ ਬੱਚਿਆਂ ਨੂੰ ਲੜਕੀਆਂ ਦਾ ਵੀ ਕਸੂਰ ਨਹੀਂ ਹੁੰਦਾ, ਮਾਂ ਪਿਓ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਦੀਆਂ ਐਕਸਪੈਕਟੇਸ਼ਨਸ ਜ਼ਿਆਦਾ ਹੁੰਦੀਆਂ ਨੇ, ਔਰ ਸੁਸਾਇਟੀ ਔਨ ਦ ਹੋਲ ਹੈਜ਼ ਟੂ ਪਲੇ ਅ ਰੋਲ। ਬਿਲਕੁਲ ਠੀਕ ਜੀ। ਹੁਣ ਬੀਜੇਪੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਇੱਕ ਬੜੀ ਕਾਫੀ ਸਕੀਮ ਸ਼ੁਰੂ ਕੀਤੀ ਸੀਗੀ, ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹਦੇ ਨਾਲ ਕੀ ਵਾਕਈ ਕੋਈ ਅੰਕੜੇ ਬਦਲੇ ਨੇ? ਕਿਸ ਤਰੀਕੇ ਨਾਲ ਚੇਂਜ ਇਹਨਾਂ ਨੇ ਲਿਆਂਦੀ ਹੈ ਔਨ ਦ ਗਰਾਊਂਡ? ਦੇਖੋ, ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਡਿਸਪੈਰਿਟੀ ਸੀ ਸੈਕਸ ਰੇਸ਼ੋ ਦੀ, ਲੜਕੀ ਔਰ ਲੜਕਿਆਂ ਦੀ। ਹੁਣ ਉੱਥੇ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ, ਉਹ ਫਰਕ ਹੈ ਕਿਉਂਕਿ ਇਹ ਮੂਵਮੈਂਟ ਚੱਲੀ ਹੈ। ਔਰ ਜਦੋਂ ਅਸੀਂ ਲੜਕੀ ਨੂੰ ਪੜ੍ਹਾਉਂਦੇ ਹਾਂ ਨਾ ਜੀ, ਇੱਕ ਲੜਕੀ ਨੂੰ ਜਦੋਂ ਪੜ੍ਹਾਉਂਦੇ ਹਾਂ ਤਾਂ ਅਸੀਂ ਸਾਰੇ ਪਰਿਵਾਰ ਨੂੰ ਪੜ੍ਹਾ ਦਿੰਦੇ ਹਾਂ। ਲੜਕੀ ਸਭ ਤੋਂ ਵੱਡਾ ਫਾਊਂਡੇਸ਼ਨ ਹੈ ਇੱਕ ਘਰ ਦਾ, ਔਰ ਇਹ ਇੱਕ ਬਹੁਤ ਅੱਛੀ ਮੂਵਮੈਂਟ ਬੀਜੇਪੀ ਨੇ ਚਲਾਈ ਹੈ ਫॉर ਵਿਮਨ। ਔਰ ਔਰਤਾਂ ਜਿਹੜੀਆਂ ਨੇ ਉਹ ਕੱਲੀਆਂ, ਜਦੋਂ ਇੱਕ ਔਰਤ ਪੜ੍ਹੇਗੀ ਉਹ ਆਪਣੇ ਪੋਲੀਟੀਕਲ ਰਾਈਟਸ ਲਈ ਵੀ ਅਵੇਅਰ ਹੋਏਗੀ, ਉਹ ਆਪਣੇ ਹਿਊਮਨ ਰਾਈਟਸ ਲਈ ਵੀ ਅਵੇਅਰ ਹੋਏਗੀ, ਉਹ ਇੱਕ ਘਰ ਦੇ ਵਿੱਚ ਆਪਣੇ ਹੱਕਾਂ ਨੂੰ ਹੱਕ ਲਈ ਵੀ ਲੜੇਗੀ, ਉਹ ਬਾਹਰ ਜਾ ਕੇ ਕੰਮ ਵੀ ਕਰ ਸਕੇਗੀ ਔਰ ਤੁਹਾਡੇ ਘਰ ਦੀ ਇਕਨੋਮੀ ਨੂੰ ਇੰਪਰੂਵ ਕਰੇਗੀ, ਔਰ ਇੱਕ ਉਹ ਪੂਰੀ ਕੰਪਲੀਟ ਹਿਊਮਨ ਬੀਇੰਗ ਬਣ ਕੇ ਤੁਹਾਡੇ ਘਰ ਨੂੰ ਉੱਤੇ ਚੁੱਕਦੀ ਔਰ ਸਮਾਜ ਨੂੰ ਉੱਤੇ ਚੁੱਕਦੀ ਹੈ। ਔਰ ਜਿੰਨਾ ਚਿਰ ਅਸੀਂ ਔਰਤਾਂ ਨੂੰ ਨਹੀਂ ਪੜ੍ਹਾਵਾਂਗੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਚਿਰ ਬੱਚੀਆਂ ਸੜਕਾਂ ਦੇ ਉੱਤੇ ਆ ਕੇ ਆਵਾਜ਼ ਚੁੱਕਣੀਆਂ ਕਿ ਵੀ ਅਸੀਂ ਇਕੁਅਲ ਹਾਂ ਔਰ ਸਾਨੂੰ ਪਾਰਲੀਮੈਂਟ 'ਚ ਵੀ ਬਰਾਬਰੀ ਚਾਹੀਦੀ ਹੈ ਔਰ ਸਾਨੂੰ ਅਸੈਂਬਲੀਜ਼ 'ਚ ਵੀ ਬਰਾਬਰੀ ਚਾਹੀਦੀ ਹੈ। ਇਟਸ ਲੈਕ ਆਫ ਐਜੂਕੇਸ਼ਨ। ਬਿਲਕੁਲ ਜੀ, ਮੇਰਾ ਖਿਆਲ ਕੋਈ ਵੀ ਨਹੀਂ ਹੋਊਗਾ ਜਿਹੜਾ ਇਸ ਗੱਲ ਨਾਲ ਸਹਿਮਤ ਨਾ ਹੋਵੇ ਕਿ ਪੜ੍ਹਾਈ, ਸਾਖਰਤਾ ਇਹ ਕੁੜੀਆਂ ਦਾ ਦਰਜਾ ਉੱਤੇ ਚੁੱਕਣ ਲਈ ਬਹੁਤ ਜ਼ਰੂਰੀ ਹੈ। ਪਰ ਇੱਥੇ ਇੱਕ ਹੋਰ ਸਵਾਲ ਉੱਠਦਾ ਹੈ ਜੀ, ਇੱਕ ਮੇਜਰ ਵਜ੍ਹਾ ਜਿਹਦੇ ਕਰਕੇ ਮਾਂ ਪਿਓ ਬੱਚੀਆਂ ਨੂੰ ਛੇਤੀ ਸਕੂਲਾਂ 'ਚੋਂ ਉਠਾ ਲੈਂਦੇ ਨੇ, ਇਹ ਵੀ ਹੈ ਕਿ ਮਾਹੌਲ ਸਾਡੇ ਮੁਲਕ ਦਾ ਇੰਨਾ ਖਰਾਬ ਹੈ ਕਿ ਸਾਡਾ ਲਾਅ ਐਂਡ ਆਰਡਰ ਸਾਡੇ ਬੱਚਿਆਂ ਦੀ ਸੁਰੱਖਿਆ ਨਹੀਂ ਕਰ ਪਾ ਰਿਹਾ, ਜਿਹਦੇ ਕਰਕੇ ਅਸੀਂ ਇੰਨੇ ਜ਼ਿਆਦਾ ਦੁਨੀਆ ਭਰ ਦੇ ਵਿੱਚ ਜਿਹੜਾ ਸਾਡਾ ਰੇਪਸ ਦਾ ਨੰਬਰ ਹੈ ਉਹਦੇ ਕਰਕੇ ਵੀ ਅਸੀਂ ਬਦਨਾਮ ਹਾਂ। ਇਹਦੇ ਲਈ ਸਰਕਾਰ ਕੀ ਕਰ ਰਹੀ ਹੈ? ਦੇਖੋ ਜੀ, ਹਰ ਸਰਕਾਰ, ਭਾਵੇਂ ਉਹ ਸੈਂਟਰ ਦੀ ਹੋਵੇ ਭਾਵੇਂ ਉਹ ਸਟੇਟ ਦੀ ਹੋਵੇ, ਉਹਦੀ ਇੱਕ ਸਭ ਤੋਂ ਪ੍ਰਾਇਮਰੀ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਨਾਗਰਿਕ ਦੀ ਸੁਰੱਖਿਆ ਕਰ ਸਕੇ। ਔਰ ਖਾਸ ਕਰ ਲੜਕੀਆਂ ਜਿੱਥੇ ਆਉਂਦੀਆਂ ਨੇ ਉੱਥੇ ਮਾਂ-ਬਾਪ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਨਹੀਂ ਭੇਜਣਗੇ ਸਕੂਲ 'ਚ ਜੇ ਬੱਚੇ ਦੀ ਸਿਕਿਉਰਿਟੀ ਜਿਹੜੀ ਹੈ ਉਹ ਨਹੀਂ ਹੈਗੀ। ਮਾਹੌਲ ਪਿਛਲੇ
ਕੁਛ ਦਿਨਾਂ ਦੇ ਵਿੱਚ ਖਾਸ ਕਰ ਬਹੁਤ ਹੀ ਵਿਗੜਿਆ ਹੈ। ਪੰਜਾਬ 'ਚ ਬਹੁਤ ਵਿਗੜਿਆ ਪਿਛਲੇ 8 ਮਹੀਨਿਆਂ ਦੇ ਵਿੱਚ ਅਨਫੋਰਚੂਨੇਟਲੀ। ਮੈਂ ਨਹੀਂ ਕਹਿੰਦੀ ਕਿ ਮਾਹੌਲ ਪਹਿਲਾਂ ਬਿਲਕੁਲ ਠੀਕ ਸੀ, ਪਰ ਅੱਗੇ ਨਾਲੋਂ ਮਾਹੌਲ ਜਿਹੜਾ ਹੈ ਉਹ ਥੱਲੇ ਡਿੱਗਿਆ। ਔਰ ਸਟੇਟ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਨੂੰ ਇਹਦੇ ਉੱਤੇ ਬਹੁਤ ਫੋਕਸ ਕਰਨਾ ਚਾਹੀਦਾ ਹੈ। ਜਿੱਥੇ ਕ੍ਰਾਈਮ ਦਾ ਮਾਮਲਾ ਹੈ, ਦੇਖੋ ਤੁਸੀਂ, ਅਮਰੀਕਾ ਇੱਕ ਬਹੁਤ ਐਡਵਾਂਸਡ ਕੰਟਰੀ ਹੈ ਔਰ ਉੱਥੇ ਇਕੁਆਲਿਟੀ ਹੈ। ਮੈਂ ਸਮਝਦੀ ਹਾਂ ਦੁਨੀਆ ਦੇ ਹਿਸਾਬ ਨਾਲ ਜੋ ਵੀ ਇਕੁਆਲਿਟੀ ਔਰ ਮਰਦ ਔਰ ਔਰਤ ਦੀ ਹੁੰਦੀ ਹੈ, ਉੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਰੇਪਸ ਹੁੰਦੇ ਨੇ। ਇਹ ਕੋਈ ਅੱਛੀ ਗੱਲ ਨਹੀਂ ਹੈ, ਪਰ ਇਟ ਇਜ਼ ਅ ਸਟੈਟਿਸਟਿਕ। ਤੇ ਕੋਈ ਇਹ ਵੀ ਨਹੀਂ ਹੁੰਦਾ ਕਿ ਡਿਵੈਲਪਡ ਕੰਟਰੀਜ਼ 'ਚ ਨਹੀਂ ਹੁੰਦਾ ਤੇ ਅੰਡਰ ਡਿਵੈਲਪਡ ਕੰਟਰੀਜ਼ ਹੁੰਦਾ ਹੈ। ਇੱਕ ਇਹ ਬੜਾ ਸਟ੍ਰੇਂਜ ਫਿਨੋਮੀਨਾ ਹੈ ਆਫ ਸੁਸਾਇਟੀਜ਼ ਕਿ ਇਹ ਔਰਤ ਦੇ ਉੱਤੇ ਜਿਹੜਾ ਅਤਿਆਚਾਰ ਹੈ ਉਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਔਰ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਸਾਨੂੰ ਸਾਰਿਆਂ ਨੂੰ ਵਰਕ ਔਨ ਕਰਨਾ ਚਾਹੀਦਾ ਹੈ ਕਿ ਇਹ ਘਟਨਾ ਚਾਹੀਦਾ ਔਰ ਬਿਲਕੁਲ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਕੂਲਾਂ ਦੇ ਵਿੱਚ ਜੇ ਸਕੂਲ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਪੰਜਾਬ ਇਸ ਵੇਲੇ ਬਹੁਤ ਇਕਨੋਮਿਕਲੀ ਬਹੁਤ ਮਾੜੇ ਦਿਨਾਂ 'ਚੋਂ ਲੰਘ ਰਿਹਾ ਹੈ ਔਰ ਹਰ ਪੰਜਾਬੀ ਦੀ ਇਹ ਡਿਊਟੀ ਬਣਨੀ ਚਾਹੀਦੀ ਹੈ ਕਿ ਜਿਵੇਂ ਮੇਰੀ ਉਮਰ ਦੀਆਂ ਔਰਤਾਂ ਨੇ, ਜੇ ਉਹ ਆਪਣਾ 2 ਘੰਟੇ ਦਾ ਟਾਈਮ ਹੀ ਵੋਲੰਟੀਅਰ ਕਰ ਸਕਣ ਤੇ ਸਕੂਲ ਦੇ ਵਿੱਚ, ਕੁੜੀਆਂ ਦੇ ਸਕੂਲ 'ਚ ਜਾ ਕੇ ਉਹ ਐਜ਼ ਵੋਲੰਟੀਅਰਸ ਕੰਮ ਕਰ ਸਕਣ, ਗੱਲ ਕਰ ਸਕਣ ਬੱਚੀਆਂ ਦੇ ਨਾਲ ਔਰ ਇੱਕ ਸਿਸਟਮ ਐਸਾ ਕ੍ਰੀਏਟ ਕੀਤਾ ਜਾਏ ਕਿ ਪਤਾ ਹੋਵੇ ਕਿ ਬੱਚੀਆਂ ਜਿਹੜੀਆਂ ਨੇ ਉਹ ਘਰ ਪਹੁੰਚ ਗਈਆਂ ਨੇ ਵੇਲੇ ਸਿਰ। ਦਿਸ ਇਜ਼ ਆਲ ਡੂਏਬਲ ਜੇ ਅਸੀਂ ਐਜ਼ ਸੁਸਾਇਟੀ ਔਰ ਐਜ਼ ਸੋਸ਼ਲ ਵਰਕਰਸ, ਅਸੀਂ ਹਰ ਪੰਜਾਬੀ ਜੇ ਅਸੀਂ ਕਹੀਏ ਕਿ ਲਓ ਭਈ ਅਸੀਂ ਇੱਕ ਸਕੂਲ ਅਡਾਪਟ ਕਰਨੇ ਆ ਤੇ ਉਸ ਸਕੂਲ ਦੇ ਵਿੱਚ ਵਾਰੀ ਜੇ 5 ਦਿਨ ਕੋਈ ਮੋਤਬਰ ਔਰਤ ਜਾ ਕੇ ਉੱਥੇ ਅੱਧਾ ਘੰਟਾ ਜਾਂ 2 ਘੰਟੇ ਉਹਨਾਂ ਬੱਚਿਆਂ ਨਾਲ ਸਪੈਂਡ ਕਰੇ ਤੇ ਮੇਰਾ ਖਿਆਲ ਇਹ ਕ੍ਰਾਈਮ ਰੇਟ ਜਿਹੜਾ ਉਹ ਥੱਲੇ ਆਏਗਾ। ਸੋ ਜੀ, ਆਪਾਂ ਹੁਣ ਕੁੜੀਆਂ ਤੇ ਔਰਤਾਂ ਦੀ ਸੁਰੱਖਿਆ ਤੋਂ ਅੱਗੇ ਇੱਕ ਹੋਰ ਗੱਲ ਕਰਦੇ ਹਾਂ। ਕਿਉਂ ਐਸਾ ਹੋ ਰਿਹਾ ਹੈ ਕਿ ਕੁਛ ਵਰਗ, ਕੁਛ ਘੱਟ ਗਿਣਤੀ ਦੇ ਸਮੁਦਾਇ ਇੰਡੀਆ ਦੇ ਵਿੱਚ ਇਨਸਿਕਿਉਰ ਮਹਿਸੂਸ ਕਰ ਰਹੇ ਨੇ? ਜਿਹੜਾ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਵੱਲੋਂ ਹਿੰਦੂਤਵ ਦਾ ਬਹੁਤ ਇੱਕ ਜ਼ੋਰ ਦੇ ਕੇ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਕ ਦੇ ਕ੍ਰੈਡੈਂਸ਼ੀਅਲਸ ਦੇ ਵਿੱਚ, ਉਹਦੇ ਨਾਲ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਨੂੰ ਇਹ ਇੱਕ ਮਹਿਸੂਸ ਹੋ ਰਿਹਾ ਕਿ ਜਿਵੇਂ ਸ਼ਾਇਦ ਅਸੀਂ ਸੈਕੰਡ ਕਲਾਸ ਸਿਟੀਜ਼ਨਸ ਹਾਂ, ਸਾਡੀ ਕਿੱਥੇ ਜਗ੍ਹਾ ਰਹਿ ਗਈ ਜੇ ਇਹ ਮੁਲਕ ਸਿਰਫ ਹਿੰਦੂਆਂ ਦੇ ਲਈ ਹੀ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਇਹ ਸਵਾਲ ਤੁਹਾਡਾ ਬੜਾ ਅੱਛਾ ਸਵਾਲ ਹੈ ਜੀ ਔਰ ਮੈਂ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਚਾਹਾਂਗੀ ਕਿਉਂਕਿ ਮੈਂ ਬੀਜੇਪੀ ਲਈ ਕੰਮ ਕਰਦੀ ਹਾਂ ਔਰ ਮੈਂ ਉਹਨਾਂ ਦੀ ਸਟੇਟ ਸੈਕਟਰੀ ਹਾਂ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗੀ ਜੀ ਕਿ ਮੈਂ ਇੱਕ ਸਿੱਖ ਪਰਿਵਾਰ ਤੋਂ ਹਾਂ ਔਰ ਮੈਂ ਬੜੀ ਪ੍ਰਾਈਡ, ਬਹੁਤ ਫਖਰ ਨਾਲ ਕਹਿੰਦੀ ਹਾਂ ਕਿ ਮੈਂ, ਮੇਰੇ ਸਹੁਰੇ ਸੰਧਾ ਵਾਲੀਆਂ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਲੀਨੇਜ ਤੋਂ ਨੇ ਔਰ ਮੈਂ ਖੁਦ ਇੱਕ ਸੰਧੂ ਲੜਕੀ ਹਾਂ। ਅਸੀਂ ਸਭ ਤੋਂ ਪਹਿਲੇ ਕਨਵਰਟ ਸਾਂ ਸਿੱਖਜ਼ਮ। ਮੇਰਾ ਬੱਚਾ ਅਮਰੀਕਾ ਪੜ੍ਹਦਾ ਔਰ ਉਹ ਸਾਫਾ ਬਣਦਾ ਹੈ ਔਰ 10 ਸਾਲ ਤੋਂ ਉੱਥੇ ਰਹਿ ਰਿਹਾ। ਮੈਂ ਕਦੀ ਵੀ ਸੈਕੰਡ ਕਲਾਸ ਸਿਟੀਜ਼ਨ ਆਪਣੇ ਆਪ ਨੂੰ ਹਿੰਦੁਸਤਾਨ 'ਚ ਨਹੀਂ ਸਮਝਿਆ। ਮੈਂ ਕਦੀ ਵੀ ਆਪਣੇ ਆਪ ਨੂੰ ਨਹੀਂ ਸਮਝਿਆ ਕਿ ਮੇਰਾ ਮੁਲਕ ਨਹੀਂ ਹੈ ਔਰ ਜਾਂ ਮੈਂ ਇੱਥੇ ਅਨਸੇਫ ਹਾਂ। ਹਾਲੇ ਕਿ 84 ਰਾਇਟਸ ਹੋਏ, ਮੈਂ ਉਦੋਂ ਸਿਮਲੇ ਪੜ੍ਹਦੀ ਸਾਂ ਸੇਂਟ ਬੀਡਸ ਕਾਲਜ ਦੇ ਵਿੱਚ। ਅਸੀਂ ਬੜਾ ਕੁਛ ਵੇਖਿਆ ਪੰਜਾਬ ਦੇ ਵਿੱਚ, ਬੜੇ ਉਤਰਾਅ ਚੜਾਓ ਵੇਖੇ ਔਰ ਮੇਰੀ ਫੈਮਿਲੀ ਜਿਹੜੀ ਹੈ ਉਹ 1947 'ਚ ਗੁਜਰਾਂਵਾਲਾ ਤੋਂ ਮਾਈਗ੍ਰੇਟ ਹੋ ਕੇ ਕਪੂਰਥਲੇ ਆਈ ਹੈ ਤੇ ਮੈਂ ਉਸ ਘਰ 'ਚ ਜੰਮੀ ਪਲੀ ਹਾਂ ਜਿੱਥੇ ਅਸੀਂ ਇੱਕ ਮਿਨੋਰਿਟੀ ਸਾਂ ਔਰ ਸਾਨੂੰ ਪਾਕਿਸਤਾਨ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਅਸੀਂ ਸਿੱਖ ਸਾਂ। ਤੇ ਮੈਨੂੰ ਇੰਝ ਲੱਗਦਾ ਹੈ ਕਿ ਜੀ ਕਿ ਕੁਛ ਪ੍ਰੋਪੋਗੈਂਡਾ ਵੀ ਬੀਜੇਪੀ ਦੇ ਖਿਲਾਫ ਦੂਜੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਕਿ ਜੀ ਇਹ ਸਿਰਫ ਹਿੰਦੂਆਂ ਦੀ ਪਾਰਟੀ ਹੈ। ਇਹ ਗੱਲ ਬਿਲਕੁਲ ਗਲਤ ਹੈ ਜੀ। ਇਹ ਹਿੰਦੂਆਂ ਦੀ ਪਾਰਟੀ ਨਹੀਂ ਹੈ, ਇਹ ਹਿੰਦੁਸਤਾਨੀਆਂ ਦੀ ਪਾਰਟੀ ਹੈ। ਜਿਹੜਾ ਵੀ ਨੈਸ਼ਨਲਿਸਟ ਹੈ, ਜਿਹੜਾ ਹਿੰਦੁਸਤਾਨ 'ਚ ਬਿਲੀਵ ਕਰਦਾ ਹੈ, ਉਹਦਾ ਇਹ ਘਰ ਹੈ ਔਰ ਹਮੇਸ਼ਾ ਘਰ ਰਹੇਗਾ। ਜੀ
ਜੀ। ਅੱਛਾ, ਇੱਕ ਦੂਜਾ ਇਲਜ਼ਾਮ ਜਿਹੜਾ ਬੀਜੇਪੀ ਤੇ ਲਾਇਆ ਜਾਂਦਾ ਹੈ ਜੀ ਉਹ ਇਹ ਹੈਗਾ ਕਿ ਉਹ ਕੁਛ ਇੱਕ ਸਰਮਾਏਦਾਰਾਂ ਦੀ ਮਦਦ ਕਰਦੇ ਨੇ, ਜਿਹਦੇ ਕਰਕੇ ਕੋਈ ਕੁਛ ਐਸੇ ਟੌਪ ਦੇ ਸਰਮਾਏਦਾਰ ਨੇ ਸਾਡੇ ਮੁਲਕ ਦੇ, ਜਿਨ੍ਹਾਂ ਦੀ ਆਮਦਨ ਪਿਛਲੇ ਕੁਛ ਸਾਲਾਂ ਦੇ ਵਿੱਚ ਕਈ ਗੁਣਾ ਵੱਧ ਗਈ ਹੈ, ਅਤੇ ਗਰੀਬ ਤੇ ਅਮੀਰ ਦੇ ਦਰਮਿਆਨ ਜਿਹੜਾ ਫਾਸਲਾ ਹੈ ਉਹ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਸਾਨੂੰ ਕੀ ਦੱਸਣਾ ਚਾਹੋਗੇ? ਇਹ ਰਣਜੀਤ ਜੀ ਜਿਹੜੀ ਤੁਸੀਂ ਗੱਲ ਕਹੀ ਹੈ, ਇਹ ਇਕੱਲੀ ਇੰਡੀਆ ਸਪੈਸੀਫਿਕ ਨਹੀਂ ਹੈ। ਸਾਰੀ ਦੁਨੀਆ ਦੇ ਵਿੱਚ ਜੇ ਤੁਸੀਂ ਦੇਖੋ ਤੇ 52 ਬਿਲੀਅਨਰਸ ਨੇ, ਜਿਨ੍ਹਾਂ ਦੀ ਪਿਛਲੇ 3 ਵਰਿਆਂ 'ਚ ਕਰੀਬਨ ਕਹਿੰਦੇ ਨੇ 30 ਤੋਂ 31% ਵੱਧ ਗਈ ਹੈ ਜੋ ਵੀ ਉਹਨਾਂ ਦਾ ਸਟੇਟਸ ਆਮਦਨ ਸੀ ਉਹ ਵੱਧ ਗਈ ਹੈ। ਔਰ ਇਹ ਕੈਪੀਟਲਿਸਟ ਸੁਸਾਇਟੀਜ਼ ਦੇ ਵਿੱਚ ਆਮ ਗੱਲ ਹੁੰਦੀ ਹੈ। ਕੈਪੀਟਲਿਸਟ ਸੁਸਾਇਟੀ ਦੇ ਵਿੱਚ ਜਿਹੜਾ ਇੰਡਸਟਰੀਲਿਸਟ ਹੁੰਦਾ ਹੈ ਉਹ ਇੱਕ ਫ੍ਰੀ ਮਾਰਕੀਟ ਦੇ ਵਿੱਚ ਪਲੇ ਕਰਦਾ ਹੈ, ਔਰ ਜਦੋਂ ਉਹ ਇੱਕ ਸਰਟਨ ਲੈਵਲ ਕ੍ਰਾਸ ਕਰ ਜਾਂਦਾ ਹੈ ਆਫ ਵੈਲਥ, ਉਹਦੇ ਕੋਲ ਵੈਲਥ ਹੁੰਦੀ ਹੈ ਟੂ ਬਾਏ ਮੋਰ, ਟੂ ਕ੍ਰੀਏਟ ਮੋਰ, ਟੂ ਜਨਰੇਟ ਮੋਰ। ਉਹਦੇ ਕਰਕੇ ਕਈ ਲੋਕਾਂ ਨੂੰ ਵੀ, ਤੇ ਤੁਸੀਂ ਦੇਖੋ ਨਾ, ਜੇ ਵੱਡੀਆਂ ਫੈਕਟਰੀਆਂ ਲੱਗਣਗੀਆਂ ਤੇ ਲੋਕਾਂ ਨੂੰ ਇੰਪਲੋਇਮੈਂਟ ਮਿਲੇਗੀ, ਰਿਸੋਰਸਿਸ ਕ੍ਰੀਏਟ ਹੋਣਗੇ। ਸੋ ਇਹ ਇੱਕ ਬੜਾ ਫਾਈਨ ਬੈਲੈਂਸ ਗਵਰਨਮੈਂਟਸ ਨੂੰ ਕਰਨਾ ਪੈਂਦਾ ਹੈਗਾ। ਇਕੋਨਮੀ ਨੂੰ ਚਲਾਉਣਾ ਇੱਕ ਬਹੁਤ ਔਖਾ ਕੰਮ ਹੈ, ਕਿਤੇ ਰਿਸੈਸ਼ਨ ਆ ਜਾਂਦਾ, ਔਰ ਫਿਰ ਤੁਸੀਂ ਦੇਖੋ ਕਿ ਅਸੀਂ ਇੱਕ ਥਰਡ ਵਰਲਡ ਕੰਟਰੀ ਹਾਂ, ਸਾਡੀ ਆਬਾਦੀ ਕਿੰਨੀ ਹੈ, ਸਾਡੇ ਰਿਸੋਰਸਿਸ ਕੋਈ ਇੰਨੇ ਜ਼ਿਆਦਾ ਨਹੀਂ, ਪੜ੍ਹਾਈ ਸਾਡੇ ਮੁਲਕ ਦੇ ਵਿੱਚ ਜ਼ਿਆਦਾ ਨਹੀਂ ਹੈਗੀ। ਅਤੇ ਮੈਨੂੰ ਲੱਗਦਾ ਹੈ ਕਿ ਇੱਕ ਗਲਤ ਜਿਹਾ ਅਜ਼ੰਪਸ਼ਨ ਹੈਗੀ ਹੈ ਕਿ ਬੀਜੇਪੀ ਪੈਟਰਨਾਈਜ਼ ਕਰਦੀ ਹੈ। ਬੀਜੇਪੀ ਇਨਕਰੇਜ ਕਰਦੀ ਹੈ ਟੂ ਆਲ ਇੰਡਸਟਰੀਲਿਸਟ। ਤੁਸੀਂ ਫੋਰ ਐਗਜ਼ਾਮਪਲ ਟਾਟਾਸ ਨੂੰ ਦੇਖੋ, ਉਹਨਾਂ ਨੇ ਏਅਰ ਇੰਡੀਆ ਹੁਣ ਲਿਆ ਹੈ, ਅਤੇ ਇਸ ਤਰ੍ਹਾਂ ਤੇ ਫਿਰ ਉਹਨਾਂ ਨੇ ਕੋਈ ਕਰੋਨੀ ਇੰਡਸਟਰੀਲਿਜ਼ਮ ਤੇ ਨਹੀਂ ਕੀਤੀ ਹੈਗੀ। ਸੋ ਕਈ ਵਾਰੀ ਕਈ ਇੰਡਸਟਰੀਅਲਿਸਟ ਹਾਊਸਿਸ ਇੰਨੇ ਵੱਡੇ ਹੁੰਦੇ ਨੇ ਕਿ ਉਹ ਹੋਰ ਜਗ੍ਹਾ 'ਚ ਵੀ ਜਾ ਕੇ ਕੰਮ ਕਰ ਸਕਦੇ ਨੇ, ਇਸ ਕਰਕੇ ਉਹ ਨਾ ਲੱਗ ਜਾਂਦੇ। ਜੀ ਜੀ। ਸੋ ਇਹਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਇਹ ਹੈ ਜੀ, ਜਿਹੜਾ ਸਾਡੇ ਸਾਰਿਆਂ ਲਈ, ਕਾਫੀ ਪੰਜਾਬੀਆਂ ਲਈ ਖਾਸ ਤੌਰ 'ਤੇ ਫਿਕਰ ਦਾ ਕਾਰਨ ਬਣਿਆ ਹੋਇਆ ਹੈ ਕਿ ਪੰਜਾਬ ਤੋਂ ਨੌਜਵਾਨ ਬੜੀ ਵੱਡੀ ਗਿਣਤੀ ਦੇ ਵਿੱਚ ਛੱਡ ਕੇ ਮਾਈਗ੍ਰੇਟ ਕਰ ਰਹੇ ਨੇ ਦੂਸਰਿਆਂ ਮੁਲਕਾਂ ਨੂੰ, ਔਰ ਇਹ ਜਿੰਨਾ ਕੁ ਔਸਤ ਹੈ ਨਾ ਮਾਈਗ੍ਰੇਸ਼ਨ ਦੀ ਹਿੰਦੁਸਤਾਨ ਦੇ ਵਿੱਚ, ਉਹਦੇ ਨਾਲੋਂ ਕਈ ਗੁਣੇ ਜ਼ਿਆਦਾ ਨੇ ਜਿਹੜੇ ਪੰਜਾਬ ਤੋਂ ਜਾ ਰਹੇ ਨੇ। ਇਹ ਮੁੰਡੇ ਕੁੜੀਆਂ ਦੋਨੋਂ ਹੀ ਜਾ ਰਹੇ ਨੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਔਰ ਕਈ ਦਫਾ ਤਾਂ ਇਹ ਆਪਣੀ ਜਾਨ ਜੋਖਮ 'ਚ ਪਾ ਕੇ ਜਾਂਦੇ ਨੇ, ਬੜੇ ਇਲੀਗਲ ਤਰੀਕਿਆਂ ਨਾਲ ਜਾਂਦੇ ਹੈ। ਔਰ ਬੜੀ ਵਾਰ ਇਹਨਾਂ ਦੇ ਮਾਂ ਪਿਓ, ਜਿੰਨੇ ਵੀ ਇਹਨਾਂ ਕੋਲ 2-4 ਪੈਲੀਆਂ ਹੁੰਦੀਆਂ ਨੇ, ਉਹ ਵੀ ਵੇਚ ਕੇ ਇਹਨਾਂ ਨੂੰ ਕੱਢਣਾ ਚਾਹੁੰਦੇ ਹੈ। ਇਹ ਇੰਨੀ ਡੈਸਪਰੇਸ਼ਨ ਕਿਉਂ ਹੈ ਨੌਜਵਾਨਾਂ ਦੇ ਵਿੱਚ ਪੰਜਾਬ ਛੱਡ ਕੇ ਜਾਣ ਦੀ? ਚਾਹੇ ਇੱਕ ਬੜਾ ਬਾਹਰ ਦਾ ਫਿਊਚਰ, ਜਿਹੜਾ ਬੜਾ ਹਨੇਰਾ ਫਿਊਚਰ ਹੈ, ਉਹਨਾਂ ਨੂੰ ਕੁਛ ਨਹੀਂ ਪਤਾ ਕਿ ਉੱਥੇ ਜਾ ਕੇ ਸਾਡਾ ਕੀ ਬਣਨਾ ਹੈ। ਮੈਨੂੰ ਲੱਗਦਾ ਜੀ ਕਿ ਕੁਛ ਤੇ ਇੰਪਲੋਇਮੈਂਟ ਬੜੀ ਘੱਟ ਹੈ, ਨੌਕਰੀਆਂ ਘੱਟ ਨੇ ਪੰਜਾਬ ਦੇ ਵਿੱਚ। ਪੰਜਾਬ ਇੱਕ ਐਗਰੀਕਲਚਰਲ ਸੈਕਟਰ ਹੈ, ਔਰ ਜ਼ਮੀਨਾਂ ਅੱਗੋਂ ਘੱਟ ਰਹੀਆਂ ਨੇ। ਜਦੋਂ ਇੱਕ ਫਾਰਮਰ ਹੈ, ਉਹਦੇ 2 ਲੜਕੇ ਨੇ, ਅੱਗੋਂ ਉਹਦੀ ਜ਼ਮੀਨ ਵੰਡੀ ਜਾਣੀ, ਅੱਗੋਂ ਉਹਦੀ ਵੰਡੀ ਜਾਣੀ। ਅਤੇ ਨੌਕਰੀਆਂ, ਸਰਕਾਰੀ ਨੌਕਰੀਆਂ ਬਹੁਤ ਘੱਟ ਨੇ। ਪ੍ਰਾਈਵੇਟ ਸੈਕਟਰ 'ਚ ਵੀ ਕੋਈ ਇੰਡਸਟਰੀ ਨਹੀਂ ਹੈ ਪੰਜਾਬ ਦੇ ਵਿੱਚ। ਔਰ ਪੰਜਾਬੀ ਬੇਸਿਕਲੀ ਬੜਾ ਕਰੇਜਸ ਔਰ ਐਂਟਰਪ੍ਰਾਈਜ਼ਿੰਗ ਹੈ। ਉਹ ਹਮੇਸ਼ਾ ਵਾਧੇ ਵੱਲ ਜਾਣਾ ਚਾਹੁੰਦਾ ਹੈ, ਉਹ ਬਿਹਤਰ ਜ਼ਿੰਦਗੀ ਵੱਲ ਜਾਣਾ ਚਾਹੁੰਦਾ ਹੈ। ਔਰ ਜੇ ਤੁਸੀਂ ਦੇਖੋ ਤਾਂ ਵਿਲਾਇਤ ਵਿੱਚ, ਪਨਾਮਾ ਵਿੱਚ, ਕੀਨੀਆ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਤਾਂ ਗਏ ਨੇ। ਟਰਨ ਆਫ ਦ 19th ਸੈਂਚੁਰੀ 'ਚ ਜਾਣੇ ਸ਼ੁਰੂ ਹੋ ਗਏ ਸਨ। ਹਾਂਜੀ, ਜਦੋਂ ਜਹਾਜ਼ ਵੀ ਨਹੀਂ ਸਨ ਉੱਡਦੇ, ਉਹ ਸ਼ਿਪਸ ਦੇ ਵਿੱਚ ਜਾਂਦੇ ਸਨ। ਸੋ ਇੱਕ ਸਾਡੇ 'ਚ ਇੱਕ ਪੰਜਾਬੀਆਂ 'ਚ ਜਜ਼ਬਾ ਵੀ ਬੜਾ ਹੈਗਾ ਕਿ ਅਸੀਂ ਇੱਕ ਬਿਹਤਰ ਮੁਲਕ 'ਚ ਜਾਵਾਂਗੇ, ਇੱਕ ਬਿਹਤਰ ਜ਼ਿੰਦਗੀ ਬਣਾਵਾਂਗੇ। ਉਸ ਕਰਕੇ ਵੀ ਬੱਚੇ ਜਿਹੜੇ ਨੇ, ਔਰ ਕੁਛ ਬੜਾ ਗਲੋਬਲ ਜਿਹਾ ਵਰਲਡ ਹੋ ਗਿਆ, ਟੈਲੀਵਿਜ਼ਨ, ਇੰਟਰਨੈਟ, ਉਹ ਜਦੋਂ ਦੇਖਦੇ ਨੇ ਕਿ ਕੈਨੇਡਾ, ਅਮਰੀਕਾ 'ਚ ਕੀ ਹੈਗਾ, ਇਹ ਤੇ ਨਹੀਂ ਸੋਚਦੇ ਕਿ ਕਿੰਨੀਆਂ ਤਕਲੀਫਾਂ ਹੋਣਗੀਆਂ ਜਾ ਕੇ ਉੱਥੇ। ਦੇ ਵਾਂਟ ਅ ਬੈਟਰ ਫਿਊਚਰ। ਦੈਟ ਇਜ਼। ਸੋ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਸ਼ਾਇਦ ਉਹਨਾਂ ਬੈਟਰ ਤੇ
ਸਿਕਿਉਰ ਫਿਊਚਰ ਆਪਣੇ ਮੁਲਕ ਵਿੱਚ ਨਜ਼ਰ ਨਹੀਂ ਆਉਂਦਾ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੀ, ਇਸੇ ਕਰਕੇ ਉਹ ਜਾਣਾ ਚਾਹੁੰਦੇ ਨੇ, ਇਸੇ ਕਰਕੇ ਉਹ ਫॉर ਅ ਬੈਟਰ ਫਿਊਚਰ, ਫॉर ਅ ਬੈਟਰ ਲਾਈਫ। ਹਾਂਜੀ, ਸੋ ਹਾਲਾਂਕਿ ਇਹ ਜਿਹੜੇ ਸਾਡੇ ਨੌਜਵਾਨ ਬੱਚੇ ਇੱਥੋਂ ਜਾਂਦੇ ਨੇ ਜੀ, ਉਹ ਬਾਹਰ ਜਾ ਕੇ ਬੜਾ ਵੱਡਾ ਨਾਂ ਕਮਾਉਂਦੇ ਨੇ, ਚਾਹੇ ਉਹ ਸਾਇੰਸ ਦੇ ਵਿੱਚ ਜਾਂ ਜਗ੍ਹਾ ਜਗ੍ਹਾ ਪੋਲਿਟਿਕਸ 'ਚ ਦੇਖੋ, ਪੋਲੀਟੀਕਲ ਲੀਡਰ ਬਣੇ ਹੋਏ ਨੇ ਉਹ, ਤੇ ਇਹ ਸਾਡੇ ਲਈ ਇੱਕ ਬੜਾ ਵੱਡਾ ਲਾਸ ਹੈ। ਸੋ ਇਸ ਨੂੰ ਰੋਕਣ ਦੇ ਲਈ ਸਰਕਾਰ ਕੀ ਕਰ ਰਹੀ ਹੈ, ਕੀ ਕਦਮ ਚੁੱਕ ਰਹੀ ਹੈ? ਦੇਖੋ ਜੀ, ਇੱਕ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਕਿਸੇ ਦਾ ਹੱਕ ਤੇ ਨਹੀਂ ਨਾ ਰੋਕ ਸਕਦੇ ਕਿ ਜੇ ਮੈਂ ਕੱਲ ਨੂੰ ਕਹਾਂ ਕਿ ਮੈਂ ਬਾਹਰ ਜਾਣਾ ਚਾਹੁੰਦੀ ਹਾਂ, ਮੈਨੂੰ ਸਰਕਾਰ ਨਹੀਂ ਰੋਕ ਸਕਦੀ। ਪਰ ਸਰਕਾਰ ਮੇਰੇ ਲਈ ਇੱਕ ਬਿਹਤਰ ਪੰਜਾਬ ਬਣਾ ਸਕਦੀ ਹੈ, ਜਿੱਥੇ ਮੈਂ ਸੋਚਾਂ ਕਿ ਮੈਨੂੰ ਭਈ ਕੀ ਲੋੜ ਹੈ ਕਿ ਮੈਂ ਬਾਹਰ ਜਾਵਾਂ, ਪਤਾ ਨਹੀਂ ਬਾਹਰ ਮੈਨੂੰ ਕਿਹੋ ਜਿਹਾ ਕੰਮ ਮਿਲੇ, ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਜਾਵਾਂਗਾ, ਇਮੋਸ਼ਨਲ ਮੇਰੀਆਂ ਸਾਰੀਆਂ ਕਮਿਟਮੈਂਟਸ ਇੱਥੇ ਨੇ। ਸੋ ਉਹ ਕੋਈ ਇੱਕ ਬਿਹਤਰ ਪੰਜਾਬ ਸਾਨੂੰ ਸਾਰਿਆਂ ਨੂੰ ਕ੍ਰੀਏਟ ਕਰਨਾ ਪਏਗਾ ਕਿ ਸਾਡੇ ਬੱਚੇ ਸੋਚਣ ਕਿ ਨਹੀਂ ਇੱਥੇ ਵੀ ਫਿਊਚਰ ਹੈਗਾ, ਇੱਥੇ ਵੀ ਅਸੀਂ ਕਮਾਈ ਕਰ ਸਕਦੇ ਹਾਂ। ਇੱਕ ਲਗਾਓ ਪੰਜਾਬ ਦੇ ਨਾਲ ਜਿਹੜਾ ਮੁੱਕ ਰਿਹਾ, ਉਹ ਜ਼ਰੂਰ ਸੇਫ ਪੰਜਾਬ ਮੂਵਮੈਂਟ ਵਰਗੀ ਕੋਈ ਐਸੀ ਚੀਜ਼ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ। ਔਰ ਮੈਂ ਬਿਲਕੁਲ ਸਮਝਦੀ ਹਾਂ ਕਿ ਬੜੇ ਟ੍ਰਾਂਜੀਸ਼ਨਲ ਟਾਈਮਸ ਨੇ ਪੰਜਾਬ ਲਈ। ਪੰਜਾਬ ਇੱਕ ਬੜੀ ਖੂਬਸੂਰਤ ਧਰਤੀ ਹੈ ਔਰ ਸਾਨੂੰ ਸਾਰਿਆਂ ਨੂੰ ਇਹਦਾ ਬੜਾ ਖਿਆਲ ਰੱਖਣਾ ਪਏਗਾ, ਸਿਰਫ ਆਪਣੇ ਘਰ ਦਾ ਨਹੀਂ ਪਰ ਆਪਣੀ ਸਟੇਟ ਦਾ ਖਿਆਲ ਰੱਖਣਾ ਪਏਗਾ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਔਰ ਇੱਕ ਹੋਰ ਵੀ ਬੜਾ ਅੱਜ ਕੱਲ੍ਹ ਡਿਸਟਰਬਿੰਗ ਟਾਈਮ ਦੇ ਵਿੱਚੋਂ ਸਾਡਾ ਸੂਬਾ ਲੰਘ ਰਿਹਾ ਹੈ, ਕਿਉਂਕਿ ਕੁਛ ਦੇਰ ਤੋਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਵਾਪਰੀ ਜਾਂਦੀ ਹੈ ਬਾਰ-ਬਾਰ। ਮੂਸੇਵਾਲੇ ਦਾ ਕਤਲ ਲੈ ਲਓ ਐਂਡ ਸੋ ਔਨ। ਹੁਣ ਇੱਕ ਫਿਰਕਾ ਪ੍ਰਸਤੀ ਦਾ ਵੀ ਜਿਸ ਤਰੀਕੇ ਨਾਲ ਇਹਦੇ ਵਿੱਚ ਮਾਹੌਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਵੀ ਬੜਾ ਡਿਸਟਰਬਿੰਗ ਹੈ। ਹੁਣ ਪਿੱਛੇ ਜੇ ਇੱਕ ਗੁਰਦੁਆਰਿਆਂ ਦੇ ਵਿੱਚੋਂ ਕੱਢ ਕੇ ਕੁਰਸੀਆਂ ਤੇ ਬੈਂਚ ਬਾਲੇ ਗਏ ਵੀ ਉੱਤੇ ਬੈਠਣਾ ਬੇਅਦਬੀ ਹੈ ਕੁਰਸੀਆਂ ਦੇ ਵਿੱਚ ਗੁਰਦੁਆਰੇ ਦੇ ਵਿੱਚ, ਤੇ ਬਾਕੀ ਜਿਹੜਾ ਕ੍ਰਿਸਚਨ ਭਾਈਚਾਰਾ ਹੈ ਉਹਨਾਂ ਦੇ ਨਾਲ ਵੀ ਕੁਛ ਕੰਟਰੋਵਰਸੀਜ਼ ਚੱਲੀਆਂ ਜਿਹਦੇ ਕਰਕੇ ਉਹਨਾਂ ਨੇ ਵੀ ਧਰਨੇ ਦਿੱਤੇ। ਤੇ ਇਹ ਮਾਹੌਲ ਕਿਵੇਂ ਪੈਦਾ ਹੋ ਰਿਹਾ ਹੈ? ਕੀ ਕੋਈ ਵੱਡੀਆਂ ਤਾਕਤਾਂ ਇਹਦੇ ਪਿੱਛੇ ਨੇ ਔਰ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਮੈਂ ਤੇ ਕਹਾਂਗੀ ਜੀ ਕਿ ਮੈਂ ਇਹ ਤਾਂ ਨਹੀਂ ਜਵਾਬ ਦੇ ਸਕਦੀ ਜਾਂ ਨਾ ਮੈਨੂੰ ਸਮਝ ਹੈ ਕਿ ਕੌਣ ਤਾਕਤਾਂ ਇਹਦੇ ਪਿੱਛੇ ਹੈਗੀਆਂ ਨੇ, ਪਰ ਤੁਸੀਂ ਤੇ ਮੈਂ ਤੇ ਬਹੁਤ ਲੋਕਾਂ ਨੇ ਪੰਜਾਬ ਦੇ ਵਿੱਚ ਅਸੀਂ ਮਿਲੀਟੈਂਸੀ ਦਾ ਫੇਜ਼ ਵੇਖਿਆ ਔਰ ਵੇਖਿਆ ਕਿ 1980s ਦੇ ਵਿੱਚ ਔਰ 90s ਦੇ ਵਿੱਚ ਕਿੰਨਾ ਪੰਜਾਬ ਸੜਿਆ। ਉਹ ਮਾਹੌਲ ਨਹੀਂ ਕ੍ਰੀਏਟ ਹੋਣਾ ਚਾਹੀਦਾ। ਮੈਨੂੰ ਬੜਾ ਡਰ ਆਉਂਦਾ ਜਦੋਂ ਮੈਂ ਇਹੋ ਜਿਹੀਆਂ ਖਬਰਾਂ ਸੁਣਨੀ ਹਾਂ ਔਰ ਮੈਂ ਹਮੇਸ਼ਾ ਸਭ ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਕਿ ਅਸੀਂ ਅਮਨ ਔਰ ਚੈਨ ਨਾਲ ਰਹਿਣਾ। ਔਰ ਜਿਹੜਾ ਇਹ ਗੁਰਦੁਆਰੇ ਦੇ ਵਿੱਚੋਂ ਕੁਰਸੀਆਂ ਚੁੱਕ ਕੇ ਬਾਹਰ ਕੱਢਣਾ ਜਾਂ ਸਾੜਨਾ, ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਬੜਾ ਖੂਬਸੂਰਤ ਔਰ ਬੜਾ ਸਾਇੰਟੀਫਿਕ ਫੇਥ ਸਾਡੇ ਲਈ ਛੱਡਿਆ ਹੈ। ਉਹ ਆਪਣੇ ਵਕਤ ਤੋਂ ਬਹੁਤ ਅੱਗੇ ਸਨ। ਉਹਨਾਂ ਨੇ ਸੁਪਰਸਟੀਸ਼ਨ ਦੇ ਖਿਲਾਫ ਬੋਲੇ। ਉਹਨਾਂ ਨੇ ਇਹ ਗੱਲ ਕਹੀ ਕਿ ਉਹ ਨਾਰ ਸੁਲੱਖਣੀ ਜਿੰਨੇ ਪਹਿਲੀ ਜਾਈ ਲక్ష్ਮੀ। ਉਹਨਾਂ ਨੇ ਕਿਹਾ ਕਿ ਪਤਾਲ ਜਿਹੜੀ ਨਾਸਾ ਨੇ ਉਦੋਂ ਨਹੀਂ ਸੀ ਕਹੀ ਤੇ ਉਹਨਾਂ ਨੇ ਕਿਹਾ ਇੰਨਾ ਹੈ। ਉਹ ਅਸੀਂ ਇੰਨੇ ਵਿਜ਼ਨਰੀ ਫੇਥ ਤੋਂ ਹੋ ਕੇ, ਇੰਨੇ ਮਾਡਰਨ ਫੇਥ ਤੋਂ ਹੋ ਕੇ ਅਸੀਂ ਜਦੋਂ ਇਹੋ ਜਿਹੀਆਂ ਗੱਲਾਂ ਕਰਨੇ ਆ ਤੇ ਮੈਂ ਖੁਦ ਸਮਝਦੀ ਹਾਂ ਕਿ ਗਲਤ ਕਰਨੇ ਆ। ਔਰ ਸਾਨੂੰ ਬਹੁਤ ਅਮਨ ਚੈਨ ਨਾਲ ਪੰਜਾਬ 'ਚ ਰਹਿਣਾ ਚਾਹੀਦਾ ਹੈ। ਅਸੀਂ ਸਾਰੇ ਇੱਕ ਹਾਂ ਤੇ ਸ਼ਾਇਦ ਸਾਨੂੰ ਆਵਾਜ਼ ਵੀ ਚੱਕਣੀ ਚਾਹੀਦੀ ਹੈ ਜਦੋਂ ਕੋਈ ਕੰਮ ਕਰਦਾ ਹੈ। ਬਿਲਕੁਲ ਚੱਕਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਵੀ ਜਿਹੜੇ ਆਪਾਂ ਪਹਿਲੀ ਗੱਲ ਦੀ ਕਰ ਰਹੇ ਹਾਂ, ਹੁਣੇ ਤੁਸੀਂ ਕਿਹਾ ਹੈਗਾ ਔਰ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਪਹਿਲਾਂ ਸਰਾਪੇ ਹੋਏ ਵਕਤ ਵਿੱਚੋਂ ਪੰਜਾਬ ਗੁਜ਼ਰ ਚੁੱਕਿਆ ਹੈ, ਸ਼ਾਇਦ ਉਦੋਂ ਵੀ ਜਿਹੜੇ ਰਾਈਟ ਥਿੰਕਿੰਗ ਲੋਕ ਸੀ ਉਹਨਾਂ ਨੇ ਵੇਲੇ ਸਿਰ ਆਵਾਜ਼ ਚੁੱਕੀ ਹੁੰਦੀ, ਇਹਨਾਂ ਚੀਜ਼ਾਂ ਦੀ ਨਿੰਦਿਆ ਕੀਤੀ ਹੁੰਦੀ ਤਾਂ ਇਹ ਰੁਕ ਸਕਦੀ ਸੀ। ਦੇਖੋ ਜੀ, ਚੁੱਪ ਰਹਿਣਾ ਵੀ ਤਾਂ ਗਲਤ ਹੈ। ਜਦੋਂ ਕੋਈ ਗਲਤ ਗੱਲ ਹੋ ਰਹੀ ਹੈ ਸਮਾਜ ਦੇ ਵਿੱਚ ਤੇ ਜੇ ਅਸੀਂ ਚੁੱਪ ਰਵਾਂਗੇ ਤੇ ਅਸੀਂ ਉਹਦਾ ਖਨਵਾਜ਼ਾ ਫਿਰ ਜ਼ਰੂਰ ਭੁਗਤਾਂਗੇ।
ਵਕਤ ਉੱਤੇ ਆਪਣੀ ਜ਼ਬਾਨ ਖੋਲਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਫਿਰ ਉਹਦੇ ਇੱਕ ਚੁੱਪ ਤਰੀਕੇ ਨਾਲ ਹਿੱਸੇਦਾਰ ਬਣ ਜਾਂਦੇ ਹਾਂ ਉਸ ਗੁਨਾਹ ਦੇ ਜਿਹੜਾ ਅਸੀਂ ਦੇਖ ਕੇ ਅਣਦੇਖਿਆ ਕਰਦੇ ਹਾਂ। ਬਿਲਕੁਲ ਔਰ ਅਸੀਂ ਆਪਣੀ ਅਗਲੀ ਨਸਲ ਨੂੰ ਉਸ ਦੇ ਜਵਾਬਦਾਰ ਹੁੰਦੇ ਹਾਂ। ਬਿਲਕੁਲ ਜੀ। ਸੋ ਇੱਕ ਤਾਂ ਸੋਚੀ ਹੁਣ ਜਿਹੜੀਆਂ ਅਗਲੀਆਂ ਇਲੈਕਸ਼ਨਸ ਆਉਣੀਆਂ ਨੇ ਉਹਦੇ ਵਿੱਚ ਤੁਹਾਡਾ ਕੀ ਕਿਆਸ ਹੈ ਕਿ ਬੀਜੇਪੀ ਦੀ ਪੰਜਾਬ ਵਿੱਚ ਕੀ ਫਿਊਚਰ ਹੈ? ਕਿਉਂਕਿ ਅੱਜ ਤੱਕ ਹਲੇ ਆਪਣੇ ਆਪ ਦੇ ਉੱਤੇ ਬੀਜੇਪੀ ਇਕੱਲੀ ਪੰਜਾਬ ਦੇ ਵਿੱਚ ਪਾਵਰ 'ਚ ਨਹੀਂ ਆਈ, ਤੇ ਹੁਣ ਕੀ ਖਿਆਲ ਹੈ? ਕਿਉਂਕਿ ਬੜੀ ਬੁਲੰਦ ਹੈ ਬੀਜੇਪੀ ਦੀ ਪਾਰਟੀ, ਹੁਣ ਸਾਰੇ ਮੁਲਕ ਦੇ ਵਿੱਚ ਬਹੁਤ ਚੰਗੀ ਇਹਨਾਂ ਦੀ ਪਰਫਾਰਮੈਂਸ ਰਹੀ ਹੈ, ਤੇ ਕੀ ਵਾਕਈ ਪੰਜਾਬ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਆਫਟਰ ਜਿਹੜੇ ਬਹੁਤ ਲੰਬਾ ਇੱਕ ਕਿਸਾਨੀ ਅੰਦੋਲਨ ਚੱਲ ਚੁੱਕਿਆ ਹੈ ਬੀਜੇਪੀ ਦੇ ਖਿਲਾਫ, ਔਰ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਦੀ ਥੋੜ੍ਹੀ ਜਿਹੀ ਤਬੀਅਤ ਵੱਖਰੀ ਹੈ ਦੂਜਿਆਂ ਦੇ ਨਾਲੋਂ, ਤੇ ਤੁਹਾਨੂੰ ਲੱਗਦਾ ਕਿ ਕੋਈ ਉਮੀਦ ਰੱਖੀ ਜਾ ਸਕਦੀ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਕਾਮਯਾਬ ਹੋਵੇਗੀ? ਅਸੀਂ ਬੜੇ ਕੌਨਫੀਡੈਂਟ ਹਾਂ ਜੀ ਕਿ ਅਸੀਂ ਪਾਰਲੀਮੈਂਟ ਇਲੈਕਸ਼ਨਸ ਦੇ ਵਿੱਚ ਹੀ ਬਹੁਤ ਅੱਛਾ ਕਰਾਂਗੇ। ਬੀਜੇਪੀ ਨੇ ਬਹੁਤ ਵੱਡੀ ਫਰਾਖ ਦੇ ਲਈ ਪੰਜਾਬ ਵੱਲ ਹਮੇਸ਼ਾ ਦਿਖਾਈ। ਬੀਜੇਪੀ ਨੇ ਕਦੀ ਸਿੱਖਾਂ ਨੂੰ ਤੰਗ ਨਹੀਂ ਕੀਤਾ, ਕਦੀ ਮਾਰਿਆ ਨਹੀਂ। 84 ਰਾਈਟਸ ਕਾਂਗਰਸ ਨੇ ਕਰਾਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ। ਜਿਹੜੀ ਬਲੈਕ ਲਿਸਟ ਦੇ ਉੱਤੇ ਸਿੱਖ ਸਨ ਉਹ ਸੂਚੀ ਜਿਹੜੀ ਉਹ ਮਾਫ ਕੀਤੀ ਗਈ, ਔਰ ਉਹਨਾਂ ਦਾ ਪੰਜਾਬ ਨਾਲ ਇੱਕ ਸੱਚੀ ਮੁੱਚੀ ਸਨੇਹ ਹੈ। ਜੇ 1 ਸਾਲ ਫਾਰਮਰਸ ਐਜੀਟੇਸ਼ਨ ਚੱਲੀ, ਉਹਦੇ ਉੱਤੇ ਕੋਈ ਓਪਰੇਸ਼ਨ ਨਹੀਂ ਐ ਸੱਚ ਕੀਤਾ ਗਿਆ, ਕੋਈ ਲਾਠੀ ਚਾਰਜ ਨਹੀਂ ਹੋਏ, ਕੋਈ ਆਰਮੀ ਨਹੀਂ ਉਹਦੇ ਉੱਤੇ ਸੱਦੀ ਗਈ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਸਮਝਿਆ ਕਿ ਨਹੀਂ, ਮੇਰੇ ਕਿਸਾਨ ਭਰਾ ਇਹ ਨਈ ਕਾਨੂੰਨ ਸਮਝ ਰਹੇ ਕਿ ਉਹਨਾਂ ਦੀ ਬਿਹਤਰੀ ਵੱਲ ਨੇ, ਤੇ ਉਹਨਾਂ ਨੇ 1 ਸੈਕਿੰਡ ਨਹੀਂ ਲਾਇਆ, ਗੁਰਪੁਰਬ ਵਾਲੇ ਦਿਨ ਟੀਵੀ ਦੇ ਉੱਤੇ ਆ ਕੇ ਉਹ ਕਾਨੂੰਨ ਜਿਹੜੇ ਸਨ ਰਿਪੀਲ ਕਰ ਦਿੱਤੇ। ਅੱਗੋਂ ਇਸ ਤਰ੍ਹਾਂ ਹੈ ਕਿ ਜੀ ਬੀਜੇਪੀ ਨੇ ਪੰਜਾਬ ਦੇ ਵਿੱਚ ਅਮਨ ਚੈਨ ਲਿਆਉਣ ਲਈ ਇੱਕ ਛੋਟੇ ਭਰਾ ਦਾ ਰੋਲ ਹਮੇਸ਼ਾ ਅਕਾਲੀ ਦਲ ਦੇ ਨਾਲ ਨਿਭਾਇਆ। ਅਸੀਂ ਸਿਰਫ 23 ਸੀਟਾਂ ਉੱਤੇ ਇਲੈਕਸ਼ਨ ਲੜਦੇ ਸਾਂ, ਬਾਕੀ ਸਾਰੀਆਂ ਸੀਟਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਲੜਦੀ ਸੀ। ਹੁਣ ਉਹਨਾਂ ਨੇ ਸਾਡਾ ਸਾਥ ਛੱਡ ਦਿੱਤਾ ਔਰ ਅਸੀਂ ਇੰਡੀਪੈਂਡੈਂਟਲੀ ਪਿਛਲੀਆਂ ਅਸੈਂਬਲੀ ਇਲੈਕਸ਼ਨ 'ਚ 117 ਸੀਟਾਂ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ। ਸਾਡਾ ਇੱਕਦਮ 117 ਕੈਂਡੀਡੇਟ ਖੜਾ ਕਰਨਾ ਹੀ ਸਾਡੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਸੀ, ਔਰ ਸਾਡੇ ਕੋਲ ਹੁਣ ਟਾਈਮ ਹੈ। ਅਸੀਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰਾਂਗੇ, ਔਰ ਲੋਕੀ ਸਮਝ ਰਹੇ ਨੇ ਕਿ ਅਕਾਲੀ ਦਲ, ਕਾਂਗਰਸ, ਆਪ, ਉਹਨਾਂ ਨੇ ਦੇਖ ਲਿਆ ਕਿ ਉਹ ਕੀ ਨੇ। ਜਿੰਨਾ ਚਿਰ ਪੰਜਾਬੀ ਇਹ ਨਹੀਂ ਸਮਝੇਗਾ ਕਿ ਸੈਂਟਰਲ ਪਾਵਰਸ ਨੇ ਹੀ ਸਾਨੂੰ ਬੇਲ ਆਊਟ ਕਰਨਾ ਹੈ, ਸਾਡੇ ਉੱਤੇ ਅਰਬਾਂ ਰੁਪਏ ਦਾ ਕਰਜ਼ਾ ਹੈ, ਇੱਥੇ ਡਬਲ ਇੰਜਨ ਦੀ ਸਰਕਾਰ ਸਾਨੂੰ ਚਾਹੀਦੀ ਹੈ। ਔਰ ਪੰਜਾਬੀ ਬੜਾ ਸਿਆਣਾ ਹੈ, ਤੁਸੀਂ ਪਾਰਲੀਮੈਂਟ ਇਲੈਕਸ਼ਨ 'ਚ ਦੇਖਿਓ ਸਾਡੀ ਪਰਫਾਰਮੈਂਸ ਬੜੀ ਅੱਛੀ ਹੋਏਗੀ, ਔਰ 2027 ਦੀਆਂ ਇਲੈਕਸ਼ਨਸ 'ਚ ਮੈਂ ਮਹਾਰਾਜ ਦਾ ਨਾਂ ਲੈ ਕੇ ਕਹਿੰਦੀ ਹਾਂ ਕਿ ਬੀਜੇਪੀ ਇੰਡੀਪੈਂਡੈਂਟਲੀ ਆਪਣੀ ਸਰਕਾਰ ਬਣਾਏਗੀ। ਠੀਕ ਹੈ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਸੋ ਮਚ। ਆਉਣ ਦਾ ਇੱਥੇ ਸਾਡੇ ਨਾਲ ਸਮਾਂ ਬਿਤਾਉਣ ਦਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ।